ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮਹਿਲਾਂ ਸਾਹਿਬਜ਼ਾਦਿਆਂ ਨੂੰ ਸਾਰੇ ਪਰਿਵਾਰ ਨੂੰ ਡਰੋਲੀ ਪਿੰਡੋਂ ਵਿਦਾ ਕੀਤਾ ਕਰਤਾਰਪੁਰ ਸਾਹਿਬ ਭੇਜ ਕਰਕੇ, ਕਿਉਂਕਿ ਜੰਗ ਯੁੱਧ ਕਰਨਾ ਹੈ। ਗੁਰੂ ਸਾਹਿਬ ਜੀ ਨਿਸੰਗ ਹੋ ਕਰਕੇ ਨਿਸ਼ਚਿੰਤ ਹੋ ਕੇ ਤੁਰਕਾਂ ਦੇ ਨਾਲ ਜੰਗ ਕਰਨਾ ਚਾਹੁੰਦੇ ਹਨ। ਇਸ ਲਈ ਸਾਰਾ ਪਰਿਵਾਰ ਕਰਤਾਰਪੁਰ ਸਾਹਿਬ ਭੇਜ ਦਿੱਤਾ ਔਰ ਡਰੋਲੀ ਪਿੰਡ ਤੋਂ ਬਾਹਰ ਜੋ ਸਿੱਖ ਸੈਨਾ ਦੀ ਦਾ ਡੇਰਾ ਲੱਗਿਆ ਸੀ, ਉੱਥੇ ਮਹਾਰਾਜ ਨੇ ਆ ਕੇ ਡੇਰਾ ਕੀਤਾ। ਸੰਧਿਆ ਦਾ ਦੀਵਾਨ ਸਜਿਆ। ਦੀਵਾਨ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਭਾਈ ਸਾਈਂ ਦਾਸ ਦੇ ਮੰਦਰ ਵਿੱਚ ਗਏ। ਮੰਦਰ ਖਾਲੀ ਹੈ, ਸੁੰਨਾ ਹੈ। ਨਾ ਬੀਬੀ ਰਾਮੋ ਜੀ, ਨਾ ਸਾਈਂ ਦਾਸ ਜੀ, ਕੋਈ ਨਹੀਂ ਹੈ। ਮਹਿਲ ਵੀ ਸਾਹਿਬਜ਼ਾਦੇ ਵੀ ਸਾਰੇ ਭੇਜ ਦਿੱਤੇ ਕਰਤਾਰਪੁਰ ਸਾਹਿਬ। ਭਾਈ ਵਿਧੀ ਚੰਦ ਨੂੰ ਗੁਰੂ ਸਾਹਿਬ ਜੀ ਬੈਰਾਗਜਨਕ ਉਪਦੇਸ਼ ਦੇਣ ਲੱਗੇ। ਕਹਿੰਦੇ ਹਨ, ਭਾਈ ਵਿਧੀ ਚੰਦ ਜੀ ਦੇਖੋ, ਇੱਕ ਦਿਨ ਭਰਿਆ ਹੋਇਆ ਸੀ, ਇੱਕ ਦਿਨ ਖਾਲੀ ਹੈ। ਕਦੇ ਜਨਮ ਕਦੇ ਮਰਨ, ਕਿਤੇ ਹਰਖ ਕਦੇ ਸੋਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਹਿਜ ਕੀਰਤੀ ਵਿੱਚ ਬਹੁਤ ਸੁੰਦਰ ਫਰਮਾਨ ਹੈ। ਪਰਮਾਤਮਾ ਨੇ ਸਭ ਚੀਜ਼ਾਂ ਦਾ ਜੋੜਾ ਬਣਾਇਆ। ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ, ਊਚੰ ਤਾਂ ਨੀਚੰ, ਨਾਨਾ ਸਮੂਚੰ, ਰਾਜੰ ਤਾਂ ਮਾਨੰ, ਅਮਾਨੰ ਤਾਂ ਹੀਨੰ, ਪ੍ਰਵਿਰਤ ਮਾਰਗੰ, ਵਰਤੰਤ ਵਿਨਾਸ਼ਨੰ। ਜੋ ਕੁਝ ਵੀ ਵਰਤ ਰਿਹਾ ਸਭ ਨਾਸਵੰਤ ਹੈ। ਸੋ 6ਵੇਂ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਨੂੰ ਬੈਰਾਗ ਜਨਕ ਉਪਦੇਸ਼ ਸੁਣਾਇਆ। ਫਿਰ ਕਿਹਾ ਕਿ ਹੁਣ ਸਾਨੂੰ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ, ਕਿਉਂਕਿ ਬੀਬੀ ਰਾਮੋ ਜੀ ਅਤੇ ਸਾਈਂ ਦਾਸ ਜੀ ਹੁਣ ਨਹੀਂ ਹਨ। ਘਰ ਖਾਲੀ ਸੁੰਨਾ ਲੱਗਦਾ ਹੈ। ਸੋ ਕੱਲ੍ਹ ਸਵੇਰੇ ਤਿਆਰੀ ਕਰੋ ਚੱਲਣ ਦੀ। ਭਾਈ ਵਿਧੀ ਚੰਦ ਨੇ ਕਿਹਾ, ਮਹਾਰਾਜ ਜਿਵੇਂ ਆਪ ਜੀ ਦੀ ਆਗਿਆ, ਜਿੱਧਰ ਆਪ ਜੀ ਦੀ ਇੱਛਾ ਹੋਵੇ ਉੱਧਰ ਵਿਚਰਨ ਕਰੋ। ਤਾਂ ਗੁਰੂ ਸਾਹਿਬ ਜੀ ਨੇ ਘੋੜਾ ਮੰਗਵਾਇਆ। ਉਸ ਘੋੜੇ ਨੂੰ ਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਜੋ ਘੋੜਾ ਸ਼ਿੰਗਾਰ ਕੇ ਲਿਆਂਦਾ ਸੀ, ਅਸਵਾਰ ਹੋ ਕਰਕੇ ਚੱਲੇ ਹਨ। ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ।
ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ ਜੀ। ਪੁਰਜਨ ਹਟੇ ਸੋ ਪ੍ਰੇਰਿਓ ਘੋਰਾ। ਸੋ ਸਾਧ ਸੰਗਤ ਜੀ, ਜਿਸ ਵੇਲੇ ਡਰੋਲੀ ਪਿੰਡ ਤੋਂ ਗੁਰੂ ਸਾਹਿਬ ਜੀ ਮਹਾਰਾਜ ਚੜ੍ਹ ਕੇ ਚੱਲੇ ਹਨ ਘੋੜੇ ਤੇ ਅਸਵਾਰ ਹੋ ਕੇ, ਨਗਰ ਨਿਵਾਸੀ ਸਾਰੇ ਮਾਈ ਭਾਈ ਸਿੱਖ ਸੰਗਤਾਂ ਆਣ ਕਰਕੇ ਬੇਨਤੀ ਕੀਤੀ, ਗਰੀਬ ਨਿਵਾਜ ਹੁਣ ਸਾਈਂ ਦਾਸ ਤਾਂ ਪਰਲੋਕ ਸਿਧਾਰ ਗਏ, ਹੁਣ ਸਾਡੀ ਬਾਤ ਕੌਣ ਪੁੱਛੇਗਾ, ਸਾਡਾ ਰਾਖਾ ਕੌਣ ਹੋਵੇਗਾ। ਗੁਰੂ ਸਾਹਿਬ ਜੀ ਨੇ ਦਿਲਾਸਾ ਦਿੱਤਾ, ਬਾਬਾ ਗੁਰਦਿੱਤਾ ਜੀ ਦਾ ਜੋ ਜਨਮ ਸਥਾਨ ਹੈ ਉੱਥੇ ਜਾ ਕੇ ਤੁਸੀਂ ਅਰਦਾਸ ਬੇਨਤੀਆਂ ਕਰਿਓ, ਤੁਹਾਡੀ ਮਨੋਕਾਮਨਾ ਪੂਰਨ ਹੋਵੇਗੀ। ਅਤੇ ਜਿੱਥੇ ਬਾਬਾ ਗੁਰਦਿੱਤਾ ਜੀ ਦੀ ਮਾਤਾ ਸਤਿਕਾਰਯੋਗ ਮਾਤਾ ਦਮੋਦਰੀ ਜੀ ਦਾ ਸੰਸਕਾਰ ਕੀਤਾ, ਉੱਥੇ ਦੇਵਰਾ ਰਚ ਕੇ ਉੱਥੇ ਪੂਜਾ ਅਰਚਨਾ ਕਰਨੀ, ਤੁਹਾਡੀਆਂ ਸਭ ਮਨੋਕਾਮਨਾਵਾਂ ਪੂਰਨ ਹੋਣਗੀਆਂ। ਇਉਂ ਦਿਲਾਸਾ ਦੇ ਕਰਕੇ ਪਿਛਾਂਹ ਮੋੜਿਆ ਪਿੰਡ ਵਾਸੀਆਂ ਨੂੰ, ਤੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਪ੍ਰੇਰਣਾ ਕੀਤਾ। ਦੁੰਦਬ ਬਜੇ ਮਨੋ ਕਨ ਘੋਰਾ। ਦੁੰਦਬ ਨਗਾਰੇ ਵੱਜੇ ਮਾਨੋ ਬੱਦਲ ਗੱਜੇ ਹੋਣ। ਤੀਨ ਸਹਸਰ ਬਾਹਨੀ ਚਲੀ। ਗੁਰੂ ਸਾਹਿਬ ਜੀ ਦੇ ਨਾਲ 3000 ਸਿੱਖ ਸੈਨਾ ਨਾਲ ਚੱਲੀ ਹੈ। ਖੜਗ ਤੁਫੰਗ ਧਰੇ ਕਲਮਲੀ। ਔਰ ਬੰਦੂਕਾਂ ਖੜਗ ਹੋਰ ਅਸਤਰ ਸ਼ਸਤਰ ਧਾਰ ਕੇ ਕੁਰਬੁਲ ਕਰਦੀ ਜਾ ਰਹੀ ਹੈ। ਚਲਤ ਸੁਬਟ ਕੋ ਤਰੰਗ ਨਚਾਵੈ। ਰਾਹ ਵਿੱਚ ਚਲਦਿਆਂ ਕੋਈ ਸੂਰਮਾ ਘੋੜੇ ਨੂੰ ਨਚਾਉਂਦਾ ਹੈ। ਕੋ ਤਵਾਏ ਕਰ ਤੁਪਕ ਚਲਾਵੈ। ਕੋਈ ਘੋੜੇ ਨੂੰ ਦੌੜਾ ਕਰਕੇ ਬੰਦੂਕ 'ਚੋਂ ਗੋਲੀਆਂ ਚਲਾਉਂਦਾ ਹੈ। ਬਲੀ ਏਕ ਤੋ ਏਕ ਵਿਸਾਲਾ। ਗੁਰੂ ਸਾਹਿਬ ਜੀ ਦੀ ਫੌਜ ਵਿੱਚ ਇੱਕ ਤੋਂ ਇੱਕ ਬਲੀ ਹਨ, ਬੜੇ ਤਕੜੇ ਸੂਰਬੀਰ ਹਨ। ਫੇਰਤ ਹੈ ਕੋ ਚਲ ਭਟ ਚਾਲਾ। ਔਰ ਘੋੜੇ ਨੂੰ ਪ੍ਰੇਰਦੇ ਹੋਏ ਸਾਰੇ ਸੂਰਮੇ ਚਲੇ ਜਾ ਰਹੇ ਹਨ। ਨਾਮ ਤਰਿਓ ਰੂਪਾ ਜਿਸ ਗ੍ਰਾਮ। ਜਿਸ ਪਿੰਡ ਦਾ ਨਾਮ ਰੂਪਾ ਪਿੰਡ ਰੱਖਿਆ ਸੀ। ਨਿਜ ਸੇਵਕ ਲਖ ਕਰ ਅਬਰਾਮ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਸਾਧੂ ਭਾਈ ਰੂਪਾ ਦੋਹਾਂ ਪਿਓ ਪੁੱਤਰਾਂ ਨੂੰ ਬਖਸ਼ਿਸ਼ ਕੀਤੀ, ਔਰ ਪਹਿਲਾਂ ਦਰਸ਼ਨ ਦਿੱਤੇ। ਜਦੋਂ ਤਿਹਾਏ ਸਨ, ਪਿਆਸ ਲੱਗੀ ਸੀ, ਪਾਣੀ ਨਹੀਂ ਸੀ ਪੀਤਾ, ਕਿਉਂਕਿ ਪਾਣੀ ਦਰਖਤ ਦੀ ਟਾਹਣੀ ਦੇ ਨਾਲ ਮਸਕ ਲਟਕਾ ਦਿੱਤੀ ਸੀ, ਉਹ ਪਾਣੀ ਬਹੁਤ ਠੰਡਾ ਹੋ ਗਿਆ ਸੀ। ਤੇ ਭਾਈ ਰੂਪੇ ਨੂੰ ਪਿਆਸ ਲੱਗੀ ਤੇ ਉਸਦੇ ਪਿਤਾ ਸਾਧੂ ਨੇ ਕਿਹਾ ਕਿ ਜਾ ਪਾਣੀ ਆਪਣੇ ਕੋਲ ਹੈ ਪੀ ਲੈ। ਜਦੋਂ ਹੱਥ ਲਾਇਆ ਦੇਖਿਆ ਬਹੁਤ ਸੀਤਲ ਜਲ ਹੈ। ਪਿਤਾ ਜੀ ਇਹ ਤਾਂ ਗੁਰੂ ਸਾਹਿਬ ਜੀ ਦੇ ਛਕਣ ਯੋਗ ਜਲ ਹੈ, ਅਸੀਂ ਦਿਹਾੜੀਏ ਕਿਵੇਂ ਛਕ ਸਕਦੇ ਹਾਂ। ਕਿਹਾ ਪੁੱਤਰ ਪਿਆਸ ਲੱਗੀ ਹੈ ਤੈਨੂੰ ਪਾਣੀ ਪੀ ਲੈ, ਪਰ ਉਹ ਨਹੀਂ ਪੀਤਾ। ਉਸੇ ਤਰ੍ਹਾਂ ਪਿਆਸ ਦੇ ਨਾਲ ਤੜਫਦੇ ਹੋਏ ਬੇਸੁੱਧ ਹੋ ਗਏ ਪਿਓ ਪੁੱਤ ਦੋਨੇ। ਗੁਰੂ ਸਾਹਿਬ ਜੀ ਨੇ ਆ ਕਰਕੇ ਆਵਾਜ਼ ਮਾਰੀ ਔਰ ਜਲ ਛਕਿਆ, ਉਹਨਾਂ ਨੂੰ ਵੀ ਛਕਾਇਆ। ਉਸ ਵੇਲੇ ਕਿਹਾ ਸੀ ਕਿ ਇੱਕ ਪਿੰਡ ਵਸਾਓ ਔਰ ਨਾਮ ਰੂਪਾ ਪਿੰਡ ਰੱਖਣਾ। ਸੋ ਹੁਣ ਦੁਬਾਰੇ ਵਾਪਸ ਆਏ ਹਨ ਰੂਪਾ ਪਿੰਡ ਵਿੱਚ ਗੁਰੂ ਸਾਹਿਬ ਜੀ ਆਪਣੇ ਸੇਵਕ ਨੂੰ ਕਰਤਾਰਥ ਕਰਨ ਵਾਸਤੇ। ਅਦਕ ਕਿਰਪਾ ਕਰਵੇ ਕੋ ਤਹਾ। ਰੂਪੇ ਪਿੰਡ ਵਿੱਚ ਭਾਈ ਸਾਧੂ ਭਾਈ ਰੂਪੇ ਨੂੰ ਬਹੁਤ ਕਰਤਾਰਥ ਕਰਨ ਵਾਸਤੇ, ਕਿਰਪਾ ਦ੍ਰਿਸ਼ਟੀ ਕਰਨ ਵਾਸਤੇ ਆਏ ਹਨ। ਪ੍ਰਸਥਾਨੇ ਸਤਿਗੁਰ ਬਲ ਮਹਾ। ਮਹਾਬਲੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਸਥਾਨ ਕੀਤਾ ਰੂਪੇ ਪਿੰਡ ਵੱਲ। ਮਗ ਮਹਿ ਏਕ ਨਿਸਾ ਕਰ ਡੇਰਾ। ਰਾਹ ਵਿੱਚ ਇੱਕ ਰਾਤ ਡੇਰਾ ਕਰਕੇ
ਅਗਲੇ ਦਿਵਸ ਗ੍ਰਾਮ ਸੋਹੇਰਾ। ਅਗਲੇ ਦਿਨ ਰੂਪਾ ਪਿੰਡ ਜਾ ਕੇ ਦੇਖਿਆ, ਪਿਤਾ ਪੁੱਤਰ ਸਾਧੂ ਅਰ ਰੂਪਾ। ਪਿਤਾ ਤੇ ਪੁੱਤਰ, ਪਿਤਾ ਸਾਧੂ ਤੇ ਪੁੱਤਰ ਭਾਈ ਰੂਪਾ, ਜਿਨ ਕੇ ਮਨ ਗੁਰ ਪ੍ਰੇਮ ਅਨੂਪਾ। ਜਿਨ੍ਹਾਂ ਦੇ ਮਨ ਵਿੱਚ ਉਪਮਾ ਤੋਂ ਰਹਿਤ ਗੁਰੂ ਸਾਹਿਬ ਜੀ ਦਾ ਅਤਿਅੰਤ ਪ੍ਰੇਮ ਹੈ। ਗ੍ਰਾਮ ਬਸਾਏ ਰਚੇ ਸੁਭ ਮੰਦਰ। ਔਰ ਪਿੰਡ ਵਸਾਇਆ ਭਾਈ ਸਾਧੂ ਭਾਈ ਰੂਪਾ ਨੇ ਸੋਹਣੇ ਮੰਦਰ ਰਚਨਾ ਕੀਤੇ। ਬਾਛਤ ਗੁਰੂ ਬਸਹਿ ਇਨ ਅੰਦਰ। ਦੋਵੇਂ ਪਿਓ ਪੁੱਤ ਚਾਹੁੰਦੇ ਹਨ ਕਿ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨ ਪੈਣ, ਗੁਰੂ ਸਾਹਿਬ ਜੀ ਸੋਹਣੇ ਮੰਦਰ ਅੰਦਰ ਨਿਵਾਸ ਕਰਨ। ਕਰ ਲੀਪਨ ਬਿਦਨੀਕ ਸੁਧਾਰੇ। ਚੰਗੀ ਤਰ੍ਹਾਂ ਲਿੰਬ ਕੇ ਔਰ ਸਾਫ ਸਫਾਈ ਕਰਕੇ ਸੁਧਾਰ ਕਰਕੇ ਮੰਦਰ ਨੂੰ। ਮਨ ਪ੍ਰਸੰਨ ਹੋਏ ਜਿਨਹੁ ਨਿਹਾਰੇ। ਜਿਸ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਦੋਹੇ ਪਿਓ ਪੁੱਤਰਾਂ ਦਾ ਮਨ ਪ੍ਰਸੰਨ ਹੁੰਦਾ ਹੈ। ਧੁੰਦਬ ਬਾਜੇ ਤੇ ਆਵਤ ਸੁਨੇ। ਨਗਾੜੇ ਵੱਜਦੇ ਹੋਏ ਸਿੱਖ ਸੈਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਸੁਣਿਆ। ਗੁਰ ਡੇਰਾ ਲਖ ਹਰ ਖਤ ਘਨੇ। ਬਹੁਤ ਪ੍ਰਸੰਨ ਹੋਏ ਪਿਤਾ ਪੁੱਤਰ, ਗੁਰੂ ਸਾਹਿਬ ਜੀ ਹੁਣ ਇੱਥੇ ਨਿਵਾਸ ਕਰਨਗੇ, ਡੇਰਾ ਕਰਨਗੇ। ਦੋਨੋਂ ਦੋਰ ਦਰਸ ਕੋ ਤਾਏ। ਦੋਵੇਂ ਹੀ ਬੜੀ ਕਾਹਲੀ ਦੇ ਨਾਲ ਭੱਜਦੇ ਹੋਏ ਦੌੜਦੇ ਹੋਏ ਆਏ। ਮਨ ਹੋ ਮਿਲਿਓ ਜਲ ਅਦਕ ਤਿਹਾਏ। ਮਾਨੋ ਬਹੁਤ ਤਿਹਾਏ ਨੂੰ, ਪਿਆਸੇ ਨੂੰ ਜਲ ਮਿਲਿਆ ਹੋਵੇ। ਉਹ ਜਲ ਦੇਖ ਕੇ ਜਿਵੇਂ ਭੱਜ ਕੇ ਜਾਂਦਾ, ਦੌੜ ਕੇ ਜਾਂਦਾ ਹੈ। ਚਰਨ ਕਮਲ ਜੁਤ ਸੁਬਤ ਰਕਾਬ। ਪਾਤਸ਼ਾਹ ਜੀ ਘੋੜੇ ਤੇ ਸਵਾਰ ਹਨ। ਰਕਾਬ ਵਿੱਚ ਪਾਤਸ਼ਾਹ ਜੀ ਦੇ ਚਰਨ ਕਮਲ ਸੋਭ ਰਹੇ ਹਨ। ਧਰਿਓ ਸੀਸ ਗਹਿ ਜਾਏ ਸਿਤਾਬ। ਪਿਓ ਪੁੱਤਰਾਂ ਦੋਹਾਂ ਨੇ ਛੇਤੀ ਹੀ ਜਾ ਕਰਕੇ ਰਕਾਬ ਫੜ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਮੱਥਾ ਟੇਕਿਆ। ਕੁਸਲ ਪ੍ਰਸੰਨ ਕਰ ਗਮਨੇ ਸੰਗ। ਸੁਖ ਸਾਂਦ ਪੁੱਜ ਕੇ ਭਾਈ ਰੂਪਾ ਤੇ ਭਾਈ ਸਾਧੂ ਦੇ ਨਾਲ ਗੁਰੂ ਸਾਹਿਬ ਜੀ ਗਏ। ਘਰ ਮਹਿ ਆਨੇ ਮੋਦ ਉਮੰਗ। ਬੜੀ ਖੁਸ਼ੀ ਉਮੰਗ ਉਤਸ਼ਾਹ ਦੇ ਸਹਿਤ ਗੁਰੂ ਸਾਹਿਬ ਜੀ ਨੂੰ ਘਰ ਵਿੱਚ ਲਿਆਂਦਾ। ਦਇਆ ਸਿੰਧ ਕੋ ਗ੍ਰਾਮ ਦਿਖਾਇਓ। ਦਇਆ ਦੇ ਸਮੁੰਦਰ ਗੁਰੂ ਸਾਹਿਬ ਜੀ ਨੂੰ ਭਾਈ ਸਾਧੂ ਭਾਈ ਰੂਪਾ ਨੇ ਪਿੰਡ ਦਿਖਾਇਆ। ਕਿਰਪਾ ਆਪ ਕੀ ਇਹਾਂ ਬਸਾਇਓ। ਮਹਾਰਾਜ ਆਪ ਜੀ ਦੀ ਕਿਰਪਾ ਦਾ ਸਦਕਾ ਇੱਥੇ ਪਿੰਡ ਵਸਾਇਆ ਹੈ। ਆਛੋ ਕੀਨ ਗੁਰੂ ਪਿਖ ਕਹਿਓ। ਗੁਰੂ ਸਾਹਿਬ ਜੀ ਨੇ ਨਵਾਂ ਵਸਿਆ ਪਿੰਡ ਦੇਖ ਕਰਕੇ ਇਉਂ ਕਿਹਾ, ਪੁਨ ਬਿਸਰਾਮ ਪ੍ਰਿਯੰਕ ਲਹਿਓ। ਗੁਰੂ ਸਾਹਿਬ ਜੀ ਨੇ ਕਿਹਾ ਚੰਗਾ ਕੀਤਾ ਜੋ ਨਵਾਂ ਨਗਰ ਵਸਾਇਆ। ਗੁਰੂ ਸਾਹਿਬ ਜੀ ਫਿਰ ਪਲੰਗ ਦੇ ਉੱਪਰ ਬਿਰਾਜਮਾਨ ਹੋ ਗਏ। ਹਿਤ ਸੇਵਾ ਦੋਨੋਂ ਰਹਿ ਖਰੇ। ਦੋਵੇਂ ਪਿਓ ਪੁੱਤਰ ਸੇਵਾ ਵਾਸਤੇ ਤਤਪਰ ਹਨ, ਖੜੇ ਹੋਏ। ਦੇਖਤ ਦਰਸ ਹੇਤ ਜਨ ਹਰੇ। ਔਰ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਸ਼ੁਭ ਗੁਣਾਂ ਦੇ ਨਾਲ ਜਗਿਆਸੂ ਹਰਾ ਭਰਾ ਹੋ ਜਾਂਦਾ ਹੈ। ਹਮ ਸੇ ਰੰਕਨ ਕੈ ਗੁਰ ਆਵਨ। ਸਾਡੇ ਵਰਗੇ ਕੰਗਾਲਾਂ ਦੇ ਘਰ ਗੁਰੂ ਸਾਹਿਬ ਜੀ ਦਾ ਆਉਣਾ। ਦੀਨ ਬੰਦਤਾ ਕਰਹਿ ਜਨਾਵਨ। ਦੀਨ ਬੰਦਤਾ ਪਦਤ ਪਾਵਨ, ਇਹ ਸ਼ੁਭ ਗੁਣ ਜਣਾਉਣਾ ਕਰਦੇ ਹਨ। ਹਾ ਕਹਿ ਪੂਨ ਆਨ ਸੁਭ ਬਾਰੀ। ਔਰ ਸ਼ੁਭ ਸੀਤਲ ਜਲ ਲਿਆਂਦਾ ਔਰ ਪੱਖਾ ਝੱਲਣ ਲੱਗੇ। ਚਰਨ ਕਮਲ ਕਰ ਧਰਹ ਅਖਾਰੀ। ਔਰ ਚਰਨਾ ਕਮਲਾਂ ਨੂੰ ਜਲ ਦੇ ਨਾਲ ਧੋਣਾ ਕੀਤਾ। ਇਤਿਆਦਿਕ ਸਭ ਸੇਵਾ ਕਰੈ। ਇਤਿਆਦਿਕ ਭਾਈ ਸਾਧੂ ਭਾਈ ਰੂਪਾ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਭਾਉ ਅਦਕ ਹੀ ਨਿਤ ਪ੍ਰਤ ਧਰੈ। ਨੇਤਾ ਪ੍ਰਤੀ ਬਹੁਤ ਪ੍ਰੇਮ ਧਾਰਦੇ ਹਨ। ਜਿਉ ਕਿਉ ਅਦਿਕ ਪ੍ਰੇਮ ਗੁਰ ਹੇਰੈ। ਜਿਵੇਂ ਜਿਵੇਂ ਭਾਈ ਸਾਧੂ ਭਾਈ ਰੂਪਾ ਦੇ ਅੰਦਰ ਪ੍ਰੇਮ ਨੂੰ ਦੇਖਦੇ ਹਨ, ਤਿਉ ਤਿਉ ਠਾਨਤ ਕਿਰਪਾ ਕਨੇਰੈ। ਤਿਉਂ ਤਿਉਂ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ। ਜਿਉਂ ਜਿਉਂ ਪ੍ਰੇਮ ਵੱਧਦਾ ਜਾਂਦਾ ਤਿਉਂ ਤਿਉਂ ਕਿਰਪਾ ਹੁੰਦੀ ਜਾਂਦੀ ਹੈ। ਕਿਉ ਬਾਸ ਕੇ ਤਕ ਦਿਨ ਤਹਾ। ਗੁਰੂ ਸਾਹਿਬ ਜੀ ਕਿਤਨੇ ਦਿਨ ਉੱਥੇ ਬਾਸਾ ਕੀਤਾ। ਕਰ ਗੁਰ ਸੇਵ ਰਿਜਾਏ ਮਹਾ। ਦੋਹਾਂ ਨੇ
ਸੇਵਾ ਕਰਕੇ ਗੁਰੂ ਮਹਾਰਾਜ ਜੀ ਨੂੰ ਪ੍ਰਸੰਨ ਕੀਤਾ। ਵਿਧੀ ਚੰਦ ਸੋ ਕਹੀ ਗੁਸਾਈ। ਗੁਸਾਈ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਦੇ ਤਾਈ ਇਉਂ ਕਹਿਆ। ਰੂਪ ਚੰਦ ਬੜ ਸੇਵ ਕਮਾਈ। ਰੂਪ ਚੰਦ ਨੇ ਬੜੀ ਸੇਵਾ ਕੀਤੀ ਹੈ। ਮੈਂ ਸੇਵਾ ਕੇ ਬਸ ਨਿਤ ਰਹੋ। ਮੈਂ ਸੇਵਾ ਦੇ ਅਧੀਨ ਹਾਂ, ਸੇਵਾ ਦੇ ਉੱਪਰ ਮੈਂ ਪ੍ਰਸੰਨ ਹੁੰਦਾ ਹਾਂ। ਸਾਧ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਹੀ ਸੇਵਾ ਕੀਤੀ ਸਫਲ ਹੈ ਜਿਸ ਸੇਵਾ ਨੂੰ ਦੇਖ ਕੇ ਸਤਿਗੁਰਾਂ ਦਾ ਮਨ ਮੰਨ ਜਾਵੇ, ਮਨ ਪ੍ਰਸੰਨ ਹੋ ਜਾਵੇ। ਮੈਂ ਭਾਈ ਸਾਧੂ ਭਾਈ ਰੂਪਾ ਦੀ ਸੇਵਾ ਤੇ ਬਹੁਤ ਪ੍ਰਸੰਨ ਹਾਂ। ਭਾਈ ਬਿਧੀ ਚੰਦ ਜੀ ਨੂੰ ਕਹਿ ਰਹੇ ਹਨ, ਮਨ ਤਨ ਤਿਸ ਕੋ ਦੇਵੋ ਚਾਹੋ। ਮੈਂ ਆਪਣਾ ਮਨ ਤਨ ਇਹਨਾਂ ਨੂੰ ਦੇਣਾ ਚਾਹੁੰਦਾ ਹਾਂ। ਸੇਵਕ ਤੇ ਅਦੇਨ ਹੈ ਮੇ ਮੋਰੇ। ਔਰ ਮੇਰੇ ਵਾਸਤੇ ਸੇਵਕ ਨੂੰ ਦੇਣ ਵਾਸਤੇ ਕੋਈ ਅਦੇਹ ਵਸਤੂ ਨਹੀਂ ਹੈ ਜੋ ਮੈਂ ਨਹੀਂ ਦੇ ਸਕਦਾ। ਸਭ ਕੁਝ ਮੈਂ ਦੇਣ ਲਈ ਤਿਆਰ ਹਾਂ। ਸਾਚ ਉਚਾਰਤ ਹੋ ਢਿਗ ਤੋਰੇ। ਇਹ ਭਾਈ ਬਿਧੀ ਚੰਦ ਜੀ ਸੱਚੀ ਗੱਲ ਤੁਹਾਡੇ ਤਾਈਂ ਮੈਂ ਕਹਿ ਰਿਹਾ ਹਾਂ। ਇਮ ਕਹਿ ਰੂਪਾ ਨਿਕਟ ਹਕਾਰਾ। ਬਾਦਸ਼ਾਹ ਜੀ ਨੇ ਇਉਂ ਕਹਿ ਕੇ ਭਾਈ ਰੂਪੇ ਨੂੰ ਆਪਣੇ ਕੋਲ ਸੱਦਿਆ। ਮੰਜੀ ਦੇਨ ਹੇਤ ਬੈਠਾਰਾ। ਮੰਜੀ ਬਖਸ਼ਿਸ਼ ਕਰਨ ਵਾਸਤੇ ਆਪਦੇ ਕੋਲ ਬਿਠਾਇਆ। ਸੂਦਰ ਜਾਤ ਮੇਰੀ ਕਹਿ ਰੂਪਾ। ਜਦੋਂ ਮੰਜੀ ਬਖਸ਼ਣ ਦੀ ਗੱਲ ਕੀਤੀ ਤੇ ਭਾਈ ਰੂਪਾ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਮਹਾਰਾਜ ਮੇਰੀ ਸ਼ੂਦਰ ਜਾਤੀ ਹੈ, ਨੀਵੀਂ ਜਾਤੀ ਹੈ, ਮੈਂ ਇਸ ਲਾਇਕ ਨਹੀਂ ਹਾਂ। ਮੰਜੀ ਬੈਠ ਹੈ ਊਚ ਅਨੂਪਾ। ਇਸ ਮੰਜੀ ਤੇ ਤਾਂ ਉੱਚੇ ਔਰ ਉਪਮਾ ਤੋਂ ਰਹਿਤ ਅਨੂਪਮ ਜਿਹੜਾ ਉੱਚਾ ਹੋਵੇ ਉਸ ਨੂੰ ਬੈਠਣਾ ਚਾਹੀਦਾ। ਅਸੀਂ ਤਾਂ ਨੀਚ ਸ਼ੂਦਰ ਹਾਂ। ਮੈਂ ਨਿਤ ਚਾਹੂੰ ਦਾਸ ਬਹੁ ਸੇਵਾ। ਮੈਂ ਦਾਸਾ ਭਾਵ ਧਾਰ ਕੇ ਦਾਸ ਹੋ ਕੇ ਸੇਵਾ ਕਰਦਾ ਰਹਾ, ਇਹ ਬਖਸ਼ਿਸ਼ ਕਰੋ। ਅਪਰ ਨ ਇੱਛਾ ਸ੍ਰੀ ਗੁਰਦੇਵਾ। ਹੇ ਗੁਰੂ ਮਹਾਰਾਜ, ਹੇ ਗੁਰੂ ਗਰੀਬ ਨਿਵਾਜ, ਹੋਰ ਕੋਈ ਮੇਰੇ ਮਨ ਅੰਦਰ ਇੱਛਾ ਨਹੀਂ ਹੈ। ਸੁਨ ਬੋਲੇ ਸਤਿਗੁਰ ਸੁਖ ਆਕਰ। ਸੁੱਖਾਂ ਦੀ ਖਾਨ, ਆਕਰ ਨਾਮ ਖਾਨ ਦਾ, ਸੁੱਖਾਂ ਦੀ ਖਾਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣ ਕੇ ਇਉਂ ਬੋਲੇ, ਨੀਚੋ ਊਚ ਕਰੈ ਮਮ ਠਾਕੁਰ। ਮਮ ਠਾਕੁਰ, ਮੇਰਾ ਠਾਕੁਰ, ਮੇਰਾ ਗੋਬਿੰਦ, ਨੀਚਾਂ ਨੂੰ ਉੱਚਾ ਕਰਨ ਵਾਲਾ, ਨੀਚਾ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਅਸ ਕਰ ਮੰਜੀ ਬਖਸ਼ੀ ਨੀਕਾ। ਇਉਂ ਕਹਿ ਕੇ ਸੁੰਦਰ ਮੰਜੀ ਬਖਸ਼ਿਸ਼ ਕਰ ਦਿੱਤੀ। ਸੋਢੀ ਕੁਲ ਟੀਕਾ ਕਰ ਟੀਕਾ। ਸੋਢੀ ਕੁਲ ਦੇ ਤਿਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੰਜੀ ਬਖਸ਼ਿਸ਼ ਦਾ ਤਿਲਕ ਲਗਾਇਆ। ਅਬ ਜਿਵੇਂ ਕਰੋ ਸਾਚ ਹੋਏ ਜਾਈ। ਇਹ ਭਾਈ ਰੂਪਾ ਹੁਣ ਜਿਵੇਂ ਤੁਸੀਂ ਰਸਨਾ ਤੋਂ ਕਹੋਗੇ ਉਹ ਸੱਚ ਹੁੰਦਾ ਜਾਵੇਗਾ। ਤਿੱਖੀ ਤੇਗ ਨਾ ਜਿਮ ਅਟਕਾਈ। ਔਰ ਤੁਹਾਡੀ ਜ਼ਬਾਨ ਜਿਹੜੀ ਹੈ ਰਸਨਾ ਤਿੱਖੀ ਤੇਗ ਵਾਂਗ ਹੈ ਜੋ ਕੋਈ ਰੋਕ ਨਹੀਂ ਸਕਦਾ। ਜਿਵੇਂ ਤਿੱਖੀ ਤੇਗ ਚੱਲਦੀ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ। ਤੁਹਾਡੀ ਜ਼ਬਾਨ ਤਿੱਖੀ ਤੇਜ ਦੇ ਸਮਾਨ ਹੋਵੇਗੀ। ਤੁਝ ਤੇ ਸਪਤ ਪੁੱਤਰ ਉਪਜੈ ਹੈ। ਔਰ ਤੁਹਾਥੋਂ ਸੱਤ ਪੁੱਤਰ ਪੈਦਾ ਹੋਣਗੇ। ਆਗੇ ਬੜੋ ਬੰਸ ਬਿਰਦੈ ਹੈ। ਅੱਗੇ ਤੁਹਾਡੀ ਬੰਸ ਬਹੁਤ ਵਧੇਗੀ। ਕਰਹੁ ਦੇਗ ਗੁਰ ਕੀ ਸੁਖ ਪਾਵੋ। ਔਰ ਗੁਰੂ ਕੀ ਦੇਗ ਦੀ ਸੇਵਾ ਕਰੋ ਤੇ ਸੁਖ ਪਾਉਣਾ ਕਰੋ। ਨਿਰਹੰਕਾਰ ਹੋਏ ਫਲ ਪਾਵੋ। ਨਿਰਹੰਕਾਰ ਹੋ ਕਰਕੇ ਫਲ ਪਾਉਣਾ ਕਰੋ। ਭਾਉ ਸਦੇਗ ਰਹਿ ਕੁਲ ਜਬਲੋ। ਤੁਹਾਡੀ ਕੁਲ ਵਿੱਚ ਪ੍ਰੇਮ ਅਤੇ ਦੇਗ ਚੱਲਦੀ ਰਹੇਗੀ ਜਦ ਤੱਕ ਸਕਤ ਸਮੇਤ ਹੋਏਗੇ ਤਬਲੋ। ਤੁਹਾਡੀ ਕੁਲ ਵਾਲੇ ਸ਼ਕਤੀਆਂ ਦੇ ਸਹਿਤ ਹੋਣਗੇ। ਜਬ ਦੋਨੋਂ ਨਹਿ ਰਹਿ ਤੁਮਾਰੇ। ਜਦੋਂ ਤੁਹਾਡੀ ਕੁਲ ਵਿੱਚ ਪ੍ਰੇਮ ਅਤੇ ਦੇਗ ਲੰਗਰ
ਨਹੀਂ ਰਹੇਗਾ। ਮਿਲ ਹੈ ਤਿਖਾਨਨ ਮਹਿ ਜਿਮ ਸਾਰੇ। ਤਾਂ ਤੁਹਾਡੀ ਕੁਲ ਤਿਖਾਨਾ ਵਿੱਚ ਰਲ ਜਾਵੇਗੀ। ਜਿਵੇਂ ਸਾਰੇ ਆਮ ਤਿਖਾਨ ਰਹਿੰਦੇ ਹਨ ਉਵੇਂ ਹੋ ਜਾਣਗੇ, ਸ਼ਕਤੀ ਵਿਹੀਨ ਹੋ ਜਾਣਗੇ। ਕਰ ਗੁਰ ਕੀ ਸੇਵਾ ਤੁਮ ਪਾਈ। ਔਰ ਤੁਸਾਂ ਨੇ ਸਤਿਗੁਰਾਂ ਦੀ ਸੇਵਾ ਕੀ ਪਾਈ ਹੈ। ਕਰੀ ਉਦਾਹਰਣ ਕੁਲ ਸਮੁਦਾਈ। ਔਰ ਆਪਣੀ ਸਾਰੀ ਕੁਲ ਨੂੰ ਉਦਾਹਰਨ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸੁਨ ਕਰ ਪਿਤਾ ਪੁੱਤਰ ਹਰ ਖਾਏ। ਗੁਰੂ ਸਾਹਿਬ ਜੀ ਪਾਸੋਂ ਸੁਣ ਕਰਕੇ ਭਾਈ ਸਾਧੂ ਭਾਈ ਰੂਪਾ ਦੋਵੇਂ ਪਿਓ ਪੁੱਤਰ ਬੜੇ ਪ੍ਰਸੰਨ ਹੋਏ। ਮਨ ਨਮਰੀ ਹੋਏ ਸੇਵ ਕਮਾਏ। ਨਿਮਰਤਾ ਦੇ ਸਹਿਤ ਮਨ ਨਮਰੀ ਕਰਕੇ ਬਹੁਤ ਸੇਵਾ ਕਰਨ ਲੱਗੇ। ਜਨਨੀ ਰੂਪੇ ਕੀ ਹਰ ਖਾਈ। ਭਾਈ ਰੂਪੇ ਦੀ ਮਾਤਾ ਬਹੁਤ ਪ੍ਰਸੰਨ ਹੋਈ। ਸਿੱਖ ਦੀ ਰਗ ਸੁਭ ਆਕੁਲ ਜਾਈ। ਜੋ ਸਿੱਖ ਦੀ ਸਪੁੱਤਰੀ ਸੀ ਭਾਈ ਆਕੁਲ ਦੀ ਜਾਈ ਪੁੱਤਰੀ ਸੀ, ਸਿੱਖ ਦੀ ਪੁੱਤਰੀ ਸੀ ਰੂਪੇ ਦੀ ਮਾਤਾ। ਮਾਸ ਪਧੁਰ ਪਦ ਅਰਧ ਬਿਤਾਇਓ। ਗੁਰੂ ਸਾਹਿਬ ਜੀ ਨੇ ਭਾਦਰੋਂ ਦਾ ਮਹੀਨਾ ਅੱਧਾ ਬਤੀਤ ਕੀਤਾ। ਸ੍ਰੀ ਹਰਗੋਬਿੰਦ ਬਸ ਸੁਖ ਪਾਇਓ। ਗੁਰੂ ਸਾਹਿਬ ਮਹਾਰਾਜ ਰੂਪੇ ਪਿੰਡ ਵਿੱਚ ਬਸ ਕੇ ਸੁਖ ਪਾਉਣਾ ਕੀਤਾ। ਨਿਜ ਸੇਵਕ ਬਹੁ ਕਰੇ ਨਿਹਾਲ। ਆਪਣੇ ਸਾਰੇ ਸਿੱਖ ਸੇਵਕਾਂ ਨੂੰ ਨਿਹਾਲ ਕਰਦੇ ਰਹੇ। ਹਲਤ ਪਲਤ ਸੁਖ ਦਏ ਵਿਸਾਰ। ਲੋਕ ਪਰਲੋਕ ਦੇ ਸਾਰੇ ਸੁਖ ਬਖਸ਼ ਦਿੱਤੇ। ਦੋਹਰਾ ਪਸਰਿਓ ਦੇਸ ਵਿਦੇਸ ਮਹਿ ਰੂਪਾ ਕਿਓ ਨਿਹਾਲ। ਇਹ ਗੱਲ ਦੇਸ਼ ਵਿਦੇਸ਼ ਵਿੱਚ ਫੈਲ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਭਾਈ ਰੂਪੇ ਨੂੰ ਨਿਹਾਲ ਕੀਤਾ, ਮੰਜੀ ਬਖਸ਼ੀ ਹੈ। ਕਰੈ ਗਰੀਬ ਨਿਵਾਜ ਗੁਰ ਰਜ ਕਨ ਸੈਲ ਵਿਸਾਲ। ਗੁਰੂ ਮਹਾਰਾਜ ਕਰਨ ਕਾਰਨ ਸਮਰੱਥ ਹਨ, ਜੋ ਧੂੜੀ ਦੇ ਕਣ ਨੂੰ ਔਰ ਵੱਡੇ ਸੁਮੇਰ ਪਰਬਤ ਵਾਂਗ ਕਰਨ ਵਾਲੇ ਹਨ। ਚੋਪਈ ਰਿਸ ਹੈ ਸੈਲ ਕਨ ਧੁਲ ਕਰਾਵੈ। ਜੇ ਗੁੱਸੇ ਹੋ ਜਾਣ ਤਾਂ ਸੁਮੇਰ ਪਰਬਤ ਨੂੰ ਧੂੜ ਦੇ ਕਣ ਦੇ ਸਮਾਨ ਕਰ ਸਕਦੇ ਹਨ। ਹੋਏ ਪ੍ਰਸੰਨ ਸੁਰੇਸ ਬਣਾਵੈ। ਜਿਹਦੇ ਉੱਪਰ ਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਣ ਉਸ ਨੂੰ ਸਾਰੇ ਦੇਵਤਿਆਂ ਦਾ ਰਾਜਾ ਇੰਦਰ ਪਦਵੀ ਤੇ ਬਿਠਾ ਦਿੰਦੇ ਹਨ, ਰਾਜ ਭਾਗ ਬਖਸ਼ ਦਿੰਦੇ ਹਨ ਸਵਰਗ ਦਾ। ਸਰਬ ਸਕਤ ਧਰ ਸ੍ਰੀ ਹਰਦੇਵ। ਔਰ ਗੁਰੂ ਕਵੀ ਜੀ ਵਰਣਨ ਕਰ ਰਹੇ ਹਨ ਸਾਰੀਆਂ ਸ਼ਕਤੀਆਂ ਦੇ ਧਾਰਨ ਵਾਲੇ ਹਨ ਸੁਭਾਇਮਾਨ ਗੁਰੂ ਸਾਹਿਬ ਜੀ। ਸੁਰ ਗਨ ਭੀ ਨਾ ਲਖ ਹੈ ਜਿਸ ਭੇਵ। ਸੁਰ ਨਰ ਮੁਨ ਜਨ ਜਿਨ੍ਹਾਂ ਦੇ ਭੇਦ ਨੂੰ ਜਾਣ ਨਹੀਂ ਸਕਦੇ। ਨਿਕਟ ਬਸੈ ਕਾਂਗੜਪੁਰ ਭਾਰਾ। ਔਰ ਉਥੋਂ ਨੇੜੇ ਹੀ ਕਾਂਗੜਪੁਰ ਨਗਰ ਬਸਦਾ ਹੈ ਭਾਰਾ। ਤਹ ਬਸ ਜੋਧ ਸਹੋ ਸਰਦਾਰਾ। ਉੱਥੇ ਇੱਕ ਸਰਦਾਰ ਜੋਧ ਸਾਹਿਬ ਬਸਦਾ ਹੈ। ਸੈਨ ਚੜੈ ਤੇ ਸਾਥ ਕਨੇਰੀ। ਉਸ ਦੇ ਨਾਲ ਬਹੁਤ ਸਾਰੀ ਸੈਨਾ ਹੈ। ਜਦੋਂ ਵੀ ਚੱਲਦਾ ਹੈ ਉਹਦੇ ਨਾਲ 500 ਸੂਰਮੇ ਨਾਲ ਚੱਲਦੇ ਹਨ। ਅਧਿਕ ਸੂਰਮਾ ਮਾਰਤ ਬੈਰੀ। ਬੈਰੀਆਂ ਨੂੰ ਮਾਰਨ ਵਾਲਾ ਵੱਡਾ ਜੋਧਾ ਸੂਰਬੀਰ ਸੂਰਮਾ ਹੈ। ਮਿੱਠਾ ਮਹਿਰ ਬੜੋ ਤਿਨ ਕੇਰਾ। ਜੋਧ ਸਾਹ ਦੇ ਵਡੇਰੇ ਇੱਕ ਮਿੱਠਾ ਮਹਿਰਾ ਨਾਮ ਕਰਕੇ ਹੋਇਆ ਹੈ। ਤਿਨਹੁ ਪਿਆਸ ਰਾਜ ਬਡੇਰਾ। ਉਸਨੇ ਬਹੁਤ ਰਾਜ ਭਾਗ ਕਮਾਇਆ। ਅਕਬਰ ਸਾਹੋ ਪਇਓ ਜਿਸ ਕਾਲਾ। ਜਿਸ ਸਮੇਂ ਅਕਬਰ ਬਾਦਸ਼ਾਹ ਦਾ ਰਾਜ ਸੀ। ਚੱਕਰਵਰਤ ਕੀਏ ਰਾਜ ਵਿਸਾਲਾ। ਤੇ ਉਸ ਮਿੱਠਾ ਮਹਿਰਾ ਨੇ ਬਹੁਤ ਰਾਜ ਚੱਕਰਵਰਤੀ ਇੱਕ ਛਤਰ ਰਾਜ ਕਰਨ ਵਾਲਾ ਜਦੋਂ ਅਕਬਰ ਬਾਦਸ਼ਾਹ ਹੋਇਆ ਉਸੇ ਸਮੇਂ ਮਿੱਠੇ ਮਹਿਰ ਸੁਤਾ ਉਪਜਾਈ। ਮਿੱਠੇ ਮਹਿਰੇ ਦੇ ਘਰ ਇੱਕ ਪੁੱਤਰੀ ਪੈਦਾ ਹੋਈ। ਬਹੁਤ ਸੁੰਦਰ ਕੁਛ ਕਹੀ ਨਾ ਜਾਈ। ਅਤੀ ਸੁੰਦਰ ਰੂਪਵਾਨ ਹੋਈ ਜਿਸ ਦੀ ਸੁੰਦਰਤਾ ਕਹੀ ਨਹੀਂ ਜਾਂਦੀ। ਸੁਨ ਅਕਬਰ ਜੋ ਜਾਚਨ ਕੀਨਾ। ਫਿਰ ਅਕਬਰ ਬਾਦਸ਼ਾਹ ਨੂੰ ਪਤਾ ਲੱਗਿਆ
ਕਿ ਮਿੱਠੇ ਮਹਿਰੇ ਦੇ ਘਰ ਇੱਕ ਬਹੁਤ ਸੁੰਦਰ ਕੰਨਿਆ ਹੈ। ਉਸਨੇ ਜਾਚਨਾ ਕੀਤੀ, ਮੁਝ ਕੋ ਵਿਆਹੋ ਦੇਹੋ ਸੁਭ ਚੀਨ। ਅਕਬਰ ਬਾਦਸ਼ਾਹ ਨੇ ਮਿੱਠੇ ਮਹਿਰੇ ਨੂੰ ਕਿਹਾ ਕਿ ਤੂੰ ਆਪਣੀ ਪੁੱਤਰੀ ਮੈਨੂੰ ਵਿਆਹ ਦੇ। ਸੁਣ ਕਰ ਮਿੱਠੇ ਮਹਿਰ ਵਿਚਾਰੀ, ਮਿੱਠਾ ਮਹਿਰਾ ਸੁਣ ਕਰਕੇ ਵਿਚਾਰ ਕਰਨ ਲੱਗਿਆ। ਬਾਦਸ਼ਾਹੋ ਦੇ ਸਨਪਤ ਭਾਰੀ, ਕਿਉਂਕਿ ਤੁਰਕਪਤੀ ਬਾਦਸ਼ਾਹ ਅਕਬਰ ਦਾ ਰਾਜ ਹੈ, ਜੋ ਇੱਕ ਛਤਰ ਰਾਜ ਕਰਨ ਵਾਲਾ ਹੈ। ਨਹਦੈ ਹੋ ਤਬ ਲਹਿ ਛੀਨ। ਜੇ ਰਜਾਮੰਦੀ ਦੇ ਨਾਲ ਮੈਂ ਪੁੱਤਰੀ ਨਾ ਦਿੱਤੀ ਤੇ ਜਬਰਨ ਉਹ ਖੋ ਕੇ ਲੈ ਜਾਵੇਗਾ। ਨਹਿ ਕੁਛ ਬਸ ਬਸਾਏ ਹਮ ਦੀਨ। ਅਸਾਂ ਗਰੀਬਾਂ ਦਾ ਕੁਝ ਚਾਰਾ ਨਹੀਂ ਚੱਲਣਾ। ਬਲੀ ਵਿਸਾਲ ਜਾਨ ਕਰ ਕਹਿਓ। ਔਰ ਵੱਡਾ ਬਲੀ ਇੱਕ ਛਤਰ ਰਾਜ ਕਰਨ ਵਾਲਾ ਚੱਕਰਵਰਤੀ ਸਮਰਾਟ ਜਾਣ ਕਰਕੇ ਕਿਹਾ, ਜੇ ਮਮਨ ਤਨ ਜਾ ਵਿਆਹਨ ਚਾਹਿਓ। ਐ ਬਾਦਸ਼ਾਹ, ਜੇ ਮੇਰੀ ਪੁੱਤਰੀ ਵਿਆਹ ਕੇ ਲੈ ਜਾਣਾ ਚਾਹੁੰਦਾ ਹੈ ਤੋ ਕਰ ਆਵ ਹੈ ਦੂਲਹ ਹੋਏ। ਤਾਂ ਦੁੱਲਾ ਬਣ ਕੇ ਸਾਡੇ ਘਰ ਆਉਣਾ ਕਰ। ਇਉਂ ਮਿੱਠੇ ਮਹਿਰੇ ਨੇ ਅਕਬਰ ਬਾਦਸ਼ਾਹ ਨੂੰ ਕਿਹਾ। ਫੇਰੇ ਫਿਰ ਲੈ ਗਮਨ ਸੋਏ। ਫੇਰੇ ਫਿਰ ਕੇ ਫਿਰ ਮੇਰੀ ਪੁੱਤਰੀ ਨੂੰ ਵਿਦਾ ਕਰਾ ਕੇ ਲੈ ਜਾ। ਸੁਨ ਅਕਬਰ ਮਾਨਿਓ ਤਿਸ ਬੈਨ। ਮਿੱਠੇ ਮਹਿਰੇ ਪਾਸੋਂ ਸੁਣ ਕੇ ਅਕਬਰ ਬਾਦਸ਼ਾਹ ਮੰਨ ਗਿਆ। ਬਨ ਦੂਲੋ ਗਮਨਿਓ ਤਬ ਐਨ। ਦੂਲਾ ਉਹ ਲਾੜਾ ਬਣ ਕਰਕੇ ਮਿੱਠੇ ਮਹਿਰੇ ਦੇ ਘਰ ਆਇਆ। ਮਿੱਠੇ ਕੀ ਦੋਹਿਤਾ ਕੋ ਵਿਆਹੇ। ਔਰ ਮਿੱਠੇ ਮਹਿਰੇ ਦੀ ਪੁੱਤਰੀ ਦੇ ਨਾਲ ਵਿਆਹ ਕੀਤਾ ਅਕਬਰ ਬਾਦਸ਼ਾਹ ਨੇ। ਦਿਓ ਕਿਤਾਬ ਪ੍ਰਸੰਨ ਉਮਾਹੇ। ਔਰ ਪੁੱਤਰੀ ਦੇ ਨਾਲ ਵਿਵਾਹ ਕਰਕੇ ਉਸ ਨੂੰ ਮਿੱਠੇ ਮਹਿਰੇ ਨੂੰ ਖਿਤਾਬ ਬਖਸ਼ਿਆ। ਨਿਕਟ ਗ੍ਰਾਮ ਗਨ ਸਗਰੇ ਦੀਨ। ਨੇੜੇ ਨੇੜੇ ਜਿੰਨੇ ਵੀ ਪਿੰਡ ਸਨ ਸਾਰੇ ਪਿੰਡ ਦੇ ਦਿੱਤੇ। ਐਸਰਵਜ ਅਧਿਕ ਵਧਾਵਨ ਕੀਨ। ਮਿੱਠੇ ਮਹਿਰੇ ਦਾ ਧਨ ਐਸਵਰਜ ਵਧਾਉਣਾ ਕੀਤਾ। ਤਬ ਕੋ ਰਾਜ ਤਹਾਂ ਕੋ ਕਰੈ। ਤਦੋਂ ਤੋਂ ਮਿੱਠਾ ਮਹਿਰਾ ਜੋਧ ਸਾਹ ਦਾ ਵਡੇਰਾ ਰਾਜ ਕਰਦਾ ਰਿਹਾ। ਬ੍ਰਿੰਦ ਬਾਹਨੀ ਸੰਗ ਚਰੈ। ਔਰ ਬਹੁਤ ਸਾਰੀ ਸੈਨਾ ਨਾਲ ਚਲਦੀ ਹੈ। ਮਿੱਠੇ ਮਹਿਰ ਪੁੱਤਰ ਉਪਜਾਇਓ। ਮਿੱਠੇ ਮਹਿਰੇ ਦੇ ਘਰ ਪੁੱਤਰ ਪੈਦਾ ਹੋਇਆ। ਚੈਨ ਬੇਗ ਤੇ ਨਾਮ ਅਲਾਇਓ। ਉਹਦਾ ਨਾਮ ਚੈਨ ਬੇਗ ਰੱਖਿਆ। ਸੋ ਪੀ ਰਾਜ ਕਰਤ ਤਹ ਰਹਿਓ। ਉਹ ਵੀ ਪਿਤਾ ਵਾਂਗ ਰਾਜ ਕਰਦਾ ਰਿਹਾ। ਗਨ ਗ੍ਰਾਮਨ ਤੇ ਧਨ ਕੋ ਲਹਿਓ। ਸਾਰੇ ਪਿੰਡਾਂ ਤੋਂ ਮਾਮਲਾ ਲੈਂਦਾ ਰਿਹਾ, ਧਨ ਲੈਂਦਾ ਰਿਹਾ। ਚੈਨ ਬੇਗ ਕੇ ਸੁਤ ਜਨਮਇਓ। ਚੈਨ ਬੇਗ ਦੇ ਘਰ ਪੁੱਤਰ ਨੇ ਜਨਮ ਲਿਆ। ਸਾਹ ਉਮਰ ਸੋ ਨਾਮ ਧਰ ਦਿਓ। ਸਾਹ ਉਮਰ ਜਿਸ ਦਾ ਨਾਮ ਰੱਖਿਆ ਗਿਆ। ਸੋ ਪੀ ਪਿਤਾ ਪਿਤਾਮੇ ਕੇਰਾ। ਉਹ ਸਾਹ ਉਮਰ ਵੀ ਪਿਤਾ ਪਿਤਾਮੇ ਦੀ ਤਰ੍ਹਾਂ ਰਾਜ ਕਰਨ ਲੱਗਿਆ। ਸਰਬ ਸਮਾਜ ਸੰਭਾਰ ਬਡੇਰਾ। ਸਾਰਾ ਸਾਜੋ ਸਮਾਜ ਸੰਭਾਲ ਕਰਕੇ ਔਰ ਪਿਤਾ ਪਿਤਾਮੇ ਦੀ ਤਰ੍ਹਾਂ ਉਹ ਵੀ ਰਾਜ ਕਰਨ ਲੱਗਿਆ। ਸੁਤ ਪਾ ਉਮਰ ਸਾਹੋ ਕੇ ਧਾਮ। ਉਮਰ ਸਾਹ ਦੇ ਘਰ ਪੁੱਤਰ ਪੈਦਾ ਹੋਇਆ। ਜੋਧ ਸਾਹੋ ਜੋਧਾ ਅਬਰਾਮ। ਜੋ ਮਹਾਨ ਯੋਧਾ ਜੋਧ ਸਾਹ ਹੋਇਆ। ਪੁਤੋ ਗੁਰੂ ਸਿੱਖ ਅਧਿਕ ਉਮਾਹ। और एक बहुत ही प्रसन्न चित्त रहने वाला गुरु का सिख सी प्यारा। ਜਿਸ ਕੀ ਸੁਤਾ ਸੰਗ ਇਹ ਵਿਆਹ। उस गुरसिख दी पुत्री दे नाल जोध साह दा विवाह होया। ਪਿਤਾ ਨਿਕਟ ਤੇ ਗੁਰਮਤ ਪਾਈ। और उस बच्ची ने अपने पिता पासों गुरसिखी पाई सी। ਗੁਰਸਿੱਖੀ ਕੋ ਧਰਤ ਸਦਾਈ। गुरसिखी नू हमेशा धारण करदी सी। ਸ੍ਰੀ ਹਰਿ ਗੋਬਿੰਦ ਕੋ ਆਗਵਨੂ। ਜਦੋਂ ਸਿੱਖ ਦੀ ਪੁੱਤਰੀ ਨੇ ਜੋਧ ਸਾਹ ਦੀ ਪਤਨੀ ਨੇ ਗੁਰੂ ਸਾਹਿਬ ਜੀ ਦਾ ਆਉਣਾ ਸੁਣਿਆ। ਸੁਣਿਓ ਕਿਸੂ ਤੇ ਆਪਣੇ ਭਵਨੂ। ਔਰ ਸੁਣਿਆ ਕਿਸੇ ਪਾਸੋਂ ਕਿ ਸਾਡੇ ਘਰ ਆ ਰਹੇ ਹਨ ਗੁਰੂ ਸਾਹਿਬ ਜੀ। ਕੰਤ ਜੋਧ ਕੋ ਮਹਿਮਾ ਕਹਿ ਕਹਿ। ਆਪਣੇ ਕੰਧ ਪਤੀ ਜੋਧ ਸਾਹ ਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਬਾਰੰਬਾਰ ਕਹਿ ਕਹਿ ਕੇ ਕਰਿਓ ਪ੍ਰਬੋਧਨ ਗੁਰ ਦਿਸ ਛਹ ਛਹ। ਚਾਹ ਧਾਰ ਕਰਕੇ
ਬੜੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਦੀ ਉਪਮਾ ਸੁਣਾਉਣ ਲੱਗੀ ਆਪਣੇ ਪਤੀ ਜੋਧ ਸ਼ਾਹ ਨੂੰ। ਭਇਓ ਨਿਕਟ ਆਗਮਨ ਅਚਾਨਕ, ਅਚਾਨਕ ਹੀ ਗੁਰੂ ਸਾਹਿਬ ਜੀ ਦਾ ਸਾਡੇ ਨੇੜੇ ਆਉਣਾ ਹੋਇਆ ਹੈ। ਜੋ ਸਰੂਪ ਖਸ਼ਟਮ ਗੁਰ ਨਾਨਕ, ਜੋ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 6ਵੇਂ ਸਰੂਪ ਹਨ। ਜੇ ਕੁਛ ਭਾਗ ਉਦੈ ਤੁਬ ਮਾਥੇ, ਇਹ ਪਤੀ ਦੇਵ ਜੇ ਪੂਰਬਲੇ ਭਾਗ ਮੱਥੇ ਤੇ ਤੁਹਾਡੇ ਜਾਗੇ ਹਨ। ਚਰ ਕਰ ਮਿਲਹੁ ਸਤਿਗੁਰੂ ਸਾਥੇ, ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਦਰਸ਼ਨ ਪਰਸ਼ਨ ਕਰਨਾ ਕਰੋ। ਮਨ ਬਾਛਤ ਫਲ ਪਾਵਨ ਕਰੋ, हे ਪਤੀ ਦੇਵ ਗੁਰੂ ਕੀ ਸ਼ਰਨ ਵਿੱਚ ਜਾ ਕੇ ਮਨ ਭਾਉਂਦਾ ਫਲ ਪਾਉਣਾ ਕਰੋ। ਵਿਖ ਕੈ ਸਿੱਖੀ ਧਾਰਨ ਕਰੋ, ਬੇਨਤੀ ਕਰਕੇ ਸਿੱਖੀ ਦੀ ਦਾਤ ਮੰਗੋ, ਸਿੱਖੀ ਧਾਰਨ ਕਰੋ। ਦਾਤਾ ਹਲਤ ਪਲਤ ਸੁਖ ਕੀਰੇ, ਲੋਕ ਪਰਲੋਕ ਦੇ ਸੁੱਖਾਂ ਦੇ ਦਾਤੇ ਹਨ ਗੁਰੂ ਸਾਹਿਬ ਜੀ। ਅਹੰ ਕਰੋ ਜਿਨ ਪਗ ਚੇਰੇ, ਅਹੰ ਕਰੋ ਰਹੋ ਜਿਨ ਪਗ ਚੇਰੇ। ਜਿਨ੍ਹਾਂ ਦੇ ਚਰਨਾਂ ਕਮਲਾਂ ਦੇ ਦਾਸ ਲੱਖਾਂ ਕਰੋੜਾਂ ਹਨ। ਜੇ ਸੇਵਾ ਮਨ ਕਰ ਤਿਨ ਕਰੈ, ਜਿਹੜੇ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦੀ ਸੇਵਾ ਤਨੋ ਮਨੋ ਨਿਰਹੰਕਾਰ ਹੋ ਕੇ ਕਰਦੇ ਹਨ। ਬੋਹਰ ਨ ਚਿੰਤਾ ਕੁਛ ਉਰ ਧਰੈ, ਉਹ ਆਪਣੇ ਹਿਰਦੇ ਵਿੱਚ ਰੰਚਕ ਮਾਤਰ ਵੀ ਚਿੰਤਾ ਨਹੀਂ ਧਾਰਦੇ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਨਿਜ ਪਤਨੀ ਤੇ ਸੁਨ ਸੁਨ ਗਾਥ, ਜੋਧ ਸ਼ਾਹ ਆਪਣੀ ਪਤਨੀ ਪਾਸੋਂ ਗੁਰੂ ਸਾਹਿਬ ਜੀ ਦੀ ਗਾਥਾ ਮਹਿਮਾ ਸੁਣ ਸੁਣ ਕੇ ਚਾਹਤ ਪਇਓ ਮਿਲਨ ਗੁਰ ਸਾਥ। ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕਰਨ ਦੀ ਇੱਛਾ ਜਾਗੀ। ਆਛੀ ਕਰੀ ਉਪਾਇਨ ਤਿਆਰ, ਚੰਗੀਆਂ ਵਸਤੂਆਂ ਉੱਤਮ ਉਪਹਾਰ ਭੇਟਾਵਾਂ ਤਿਆਰ ਕੀਤੀਆਂ। ਜੀਨ ਤੁਰੰਗਮ ਪਰ ਸਿੰਗਾਰ, ਔਰ ਘੋੜੇ ਨੂੰ ਚੰਗੀ ਤਰ੍ਹਾਂ ਜੀਨ ਕਾਠੀ ਦੇ ਨਾਲ ਸਜਾ ਕੇ ਸਿੰਗਾਰਿਆ ਗਿਆ। ਬਸਤਰ ਪਿਪੂਖਨ ਧਨ ਕੋ ਲੀਨ, ਵਸਤਰ ਗਹਿਣੇ ਹੋਰ ਬਹੁਤ ਉਪਹਾਰ ਨਾਲ ਲੈ ਕੇ ਚਲਿਓ ਮਿਲਨ ਸੰਗ ਸੈਨਾ ਕੀਨ। ਆਪਣੀ ਸੈਨਾ ਦੇ ਸਹਿਤ ਜੋਧ ਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਚੱਲਿਆ। ਦੁੰਦਬ ਕੋ ਬਜਵਾਵਤ ਆਇਓ, ਨਗਾੜਾ ਵਜਵਾਉਂਦਾ ਹੋਇਆ ਆਇਆ। ਭਰਾਤ ਸਲੇਮ ਸਹਾ ਸੰਗ ਲਿਆਇਓ, ਜੋਧ ਸ਼ਾਹ ਨੇ ਆਪਣੇ ਭਰਾ ਸਲੇਮ ਸ਼ਾਹ ਨੂੰ ਵੀ ਨਾਲ ਲਿਆਂਦਾ। ਦਾਰਾ ਆਨ ਸਾਥ ਨਿਜ ਪਿਆਰੀ, ਔਰ ਆਪਣੀ ਪਿਆਰੀ ਪਤਨੀ ਜੋ ਸਿੱਖ ਦੀ ਸਪੁੱਤਰੀ ਸੀ ਜੋਧ ਸ਼ਾਹ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਗਿਆ। ਪੂਰਬ ਹੀ ਗੁਰਮਤ ਜਿਨ ਧਾਰੀ, ਜਿਸ ਜੋਧ ਸ਼ਾਹ ਦੀ ਪਤਨੀ ਨੇ ਪਹਿਲਾਂ ਹੀ ਗੁਰਸਿੱਖੀ ਧਾਰਨ ਕੀਤੀ ਹੋਈ ਸੀ। ਸ੍ਰੀ ਹਰਿ ਗੋਬਿੰਦ ਨਿਕਟ ਪਠਾਇਓ, ਪਹਿਲਾਂ ਜੋਧ ਸ਼ਾਹ ਨੇ ਆਪਣਾ ਦੂਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਡੇਰੇ ਵਿਖੇ ਭੇਜਿਆ। ਆਨ ਦੂਤ ਪਗ ਮਾਥੋ ਨਿਵਾਇਓ, ਜੋਧ ਸ਼ਾਹ ਦਾ ਭੇਜਿਆ ਹੋਇਆ ਦੂਤ ਆ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ। ਜੋਧ ਸਹਾ ਆਇਓ ਮਹਾਰਾਜ, ਇਹ ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਜੋਧ ਸ਼ਾਹ ਆਇਆ ਹੈ। ਇਕ ਰਾਵਰ ਦਰਸ਼ਨ ਕੇ ਕਾਜ, ਆਪ ਜੀ ਦੇ ਦਰਸ਼ਨ ਪਰਸ਼ਨ ਕਰਨ ਲਈ ਆਇਆ ਹੈ। ਜਬ ਆਇ ਸਿਕੋ ਕਰਹੁ ਗੁਸਾਈ, ਇਹ ਗੁਸਾਈ ਮਾਲਕ ਗੁਰੂ ਗਰੀਬ ਨਿਵਾਜ ਜਦੋਂ ਆਪ ਜੀ ਆਗਿਆ ਕਰੋਗੇ। ਆਨ ਲਗੈ ਤਬ ਪੰਕਜ ਪਾਈ, ਫਿਰ ਜੋਧ ਸ਼ਾਹ ਆ ਕਰਕੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਆਪਣਾ ਤਨ ਮਨ ਅਰਪਣ ਕਰੇਗਾ। ਸੁਨ ਗੁਰ ਕਹਿਓ ਪ੍ਰਾਤ ਹੋਏ ਮੇਲਾ, ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕੱਲ ਪ੍ਰਾਤಃ ਕਾਲ ਮੇਲ ਮਿਲਾਪ ਹੋਵੇਗਾ। ਕੇਤਕ ਲਸਕਰ ਸੰਗ ਸਕੇਲਾ, ਗੁਰੂ ਸਾਹਿਬ ਜੀ ਨੇ ਦੂਤ ਨੂੰ ਪੁੱਛਿਆ ਕਿ ਜੋਧ ਸ਼ਾਹ ਦੇ ਨਾਲ ਕਿੰਨੀ ਕੁ ਫੌਜ ਹੈ। ਦੂਤ ਬਤਾਵਨ ਕੀਨ ਤਦਾਈ, ਤਦੋਂ ਜੋਧ ਸ਼ਾਹ ਦੇ ਦੂਤ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ। ਰਹਿ ਪੰਚਿਸੈ ਸੂਰ ਸਦਾਈ, ਇਹ ਮਹਾਰਾਜ ਜੋਧ ਸ਼ਾਹ ਦੇ ਨਾਲ 500 ਸੂਰਮੇ ਹਮੇਸ਼ਾ ਨਾਲ ਰਹਿੰਦੇ ਹਨ। ਇਮ ਕਹਿ ਸੁਨ ਕਰ ਨਿਸਾ ਬਿਤਾਈ, ਇਉਂ ਕਹਿ ਸੁਣ ਕਰਕੇ ਰਾਤ ਬਤੀਤ ਕੀਤੀ। ਹੋਤੇ ਪ੍ਰਾਤ ਗੁਰ ਸਭਾ ਲਗਾਈ, ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਜੀ ਨੇ ਸਭਾ ਲਗਾਈ। ਸੁਬਟ ਮਸੰਦ ਬ੍ਰਿੰਦ ਤਿਥ ਪਾਸ, ਬਹੁਤ ਸਾਰੇ
ਸਿੱਖ ਸੂਰਮੇ ਮਸੰਦ ਸਭ ਇਕੱਠੇ ਹੋਏ, ਸਭਾ ਵਿੱਚ ਆ ਕੇ ਸਥਿਤ ਹੋਏ। ਹਰੋ ਮੇਵਰੋ ਹਿਤ ਅਰਦਾਸ, ਅਰਦਾਸਾਂ ਕਰਨ ਵਾਸਤੇ ਮੇਵੜਾ ਅਰਦਾਸੀਆ ਖਲੋ ਗਿਆ। ਸ਼ਬਦ ਰਬਾਬੀ ਰਾਗ ਅਜਾਬ, ਤੇ ਰਬਾਬੀ ਕੀਰਤਨੀਏ ਜਿਹੜੇ ਹਨ ਅਜਾਬ ਰਾਗ ਰਾਗਨੀਆਂ ਦਾ ਗਾਇਨ ਕਰਨ ਲੱਗੇ। ਬਜਤ ਮਦਰੰਗ ਸੰਗ ਰਬਾਬ, ਔਰ ਮਿਰਦੰਗ ਰਬਾਬ ਦੇ ਨਾਲ ਇਲਾਹੀ ਬਾਣੀ ਦਾ ਕੀਰਤਨ ਕਰਨ ਲੱਗੇ। ਚਮਰ ਚਾਰ ਢੋਰਤ ਚਹੁਰ, ਚਾਰ ਚੁਫਰ ਫੇਰਿਓ ਚਵਰ ਢੋਲਦਾ ਹੈ ਗੁਰੂ ਸਾਹਿਬ ਜੀ ਦੇ ਸੀਸ ਉੱਪਰ। ਸਿਕਟੇ ਕਤ ਮਸਤਕ ਕਰ ਜੋਰ, ਸਾਰੇ ਸਿੱਖ ਮਾਈ ਭਾਈ ਆ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਮੱਥਾ ਟੇਕ ਰਹੇ ਹਨ। ਸੂਰਜਮੁਖੀ ਬੀਜ ਨਾ ਫਿਰਹੀ, ਸੂਰਜਮੁਖੀ ਬੀਜਨਾ ਨਾਮ ਪੱਖਾ ਸਿੱਖ ਸੇਵਕ ਝੱਲ ਰਹੇ ਹਨ। ਸਰਬ ਸਰੀਰਨ ਸਵੇਦ ਸੋਹਰਹੀ, ਸਭ ਸਿੱਖ ਸੰਗਤਾਂ ਦੇ ਸਰੀਰ ਤੇ ਜੋ ਮੁੜਕਾ ਆਇਆ ਹੈ ਉਹ ਮੁੜਕਾ ਦੂਰ ਹੋ ਜਾਂਦਾ ਹੈ ਜਦੋਂ ਪੱਖਾ ਗੁਰਸਿੱਖ ਝੱਲਦੇ ਹਨ। ਖਰੇ ਨਕੀਬ ਅਗਾਰੀ ਬੋਲਤ, ਅੱਗੇ ਹੋ ਕਰਕੇ ਨਕੀਬ ਬੋਲਦਾ ਹੈ। ਅਰਪਤ ਲੋਕ ਅਗਾਰੀ ਤੋਲਤ, ਜਦੋਂ ਨਕੀਬ ਨੇ ਬਾਜ ਮਾਰੀ ਕਿ ਗੁਰੂ ਮਹਾਰਾਜ ਦਰਬਾਰ ਵਿੱਚ ਸੁਭਾਇਮਾਨ ਹਨ, ਆ ਕੇ ਦਰਸ਼ਨ ਕਰ ਲਓ। ਬਸਤਰ ਸ਼ਸਤਰ ਕੋ ਜੋਧ ਸਜਾਏ, ਔਰ ਨਕੀਬ ਦੀ ਆਵਾਜ਼ ਸੁਣ ਕਰਕੇ ਜੋਧ ਸ਼ਾਹ ਨੇ ਬਸਤਰ ਸ਼ਸਤਰ ਸਜਾ ਲਏ। ਸੰਗ ਲਿਏ ਜੋਧਾ ਸਮੁਦਾਏ, ਆਪਣੇ ਨਾਲ 500 ਸੂਰਮੇ ਨਾਲ ਲਏ। ਅਰਪਨ ਹਿਤ ਅਕੋਰ ਕਰ ਆਗੇ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰਨ ਲਈ ਭੇਟਾ ਵੀ ਨਾਲ ਲੈ ਲਈ। ਆਇਓ ਦਰਸ਼ਨ ਹਿਤ ਅਨੁਰਾਗੇ, ਬਹੁਤ ਪ੍ਰੇਮ ਧਾਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਇਆ। ਗੁਰ ਕੇ ਚਰਨ ਕਮਲ ਧਰ ਹਾਥ, ਔਰ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਆਪਣੇ ਹੱਥਾਂ ਦੇ ਨਾਲ ਪਰਸਣ ਲੱਗਿਆ। ਹੋਏ ਨਮਰ ਪੁਨ ਟੇਕਿਓ ਮਾਥ, ਨਿਮਰਤਾ ਸਹਿਤ ਗੁਰੂ ਚਰਨਾਂ ਦੇ ਉੱਪਰ ਸੀਸ ਰੱਖ ਕੇ ਮੱਥਾ ਟੇਕਿਆ। ਚਿਤ ਆਵੈ ਸਤਿਗੁਰ ਗੁਰ ਕਹਿਓ, ਔਰ ਗੁਰੂ ਸਾਹਿਬ ਜੀ ਨੇ ਕਿਹਾ ਸਤਿਗੁਰੂ ਚੇਤੇ ਆਉਣ। ਦੇਖਤ ਹੀ ਪ੍ਰਸੰਨ ਹੋਵੈ ਰਹਿਓ, ਔਰ ਜੋਧ ਸ਼ਾਹ ਗੁਰੂ ਸਾਹਿਬ ਜੀ ਦੇ ਮੁਖੜੇ ਨੂੰ ਦੇਖ ਕੇ ਪ੍ਰਸੰਨ ਹੋ ਰਿਹਾ। ਇੱਕ ਤੋ ਡੀਲ ਸਰੀਰ ਬਿਲੰਦ, ਇੱਕ ਤਾਂ ਗੁਰੂ ਸਾਹਿਬ ਜੀ ਦਾ ਢੀਲ ਬਹੁਤ ਹੈ ਔਰ ਲੰਬਾ ਕੱਦ ਹੈ, ਆਜਾਨ ਬਾਹੂ ਹੈ, ਲੰਬੀਆਂ ਬਾਹਾਂ ਹਨ, ਮਹਾਬਲੀ ਯੋਧੇ ਸੂਰਬੀਰ ਹਨ। ਇਹ ਸਾਰੀ ਛਵੀ ਦੇਖ ਕਰਕੇ ਜੋਧ ਸਾਹਿਬ ਬੜਾ ਪ੍ਰਸੰਨ ਹੋਇਆ। ਜਰੇ ਜਰਾਉ ਬੇਭੂਖਨ ਬ੍ਰਿੰਦ, ਜੋ ਗੁਰੂ ਸਾਹਿਬ ਜੀ ਨੇ ਜੜਾਊ ਗਹਿਣੇ ਧਾਰਨ ਕੀਤੇ ਹੋਏ ਹਨ ਔਰ ਸ਼ਸਤਰ ਬਸਤਰ ਸਜਾ ਕੇ ਸਿੰਘਾਸਣ ਤੇ ਸੁਭਾਇਮਾਨ ਹੋ ਰਹੇ ਹਨ। ਕਮਲ ਪਤਰ ਸਮ ਆਇਤ ਲੋਚਨ, ਕਮਲ ਦੀਆਂ ਪੰਖੁੜੀਆਂ ਵਾਂਗ ਪਾਤਸ਼ਾਹ ਜੀ ਦੇ ਨੇਤਰ ਚੌੜੇ ਹਨ। ਕਿਰਪਾ ਕਟਾਖਨ ਸੋਚ ਵਿਮੋਚਨ, ਕਿਰਪਾ ਕਟਾਖ ਦ੍ਰਿਸ਼ਟੀ ਦੇ ਨਾਲ ਦੇਖ ਕੇ ਸੋਚਾਂ ਨੂੰ ਦੂਰ ਕਰਨ ਵਾਲੇ, ਕੱਟਣ ਵਾਲੇ ਹਨ। ਸਤਿਗੁਰ ਬੂਜੀ ਕੁਸਲ ਬਤਾਈ, ਸਤਿਗੁਰਾਂ ਨੇ ਸੁਖ ਸਾਂਦ ਪੁੱਛਿਆ। ਜੋਧ ਸ਼ਾਹ ਨੇ ਕਿਹਾ ਕਿ ਆਪ ਜੀ ਦੀ ਕਿਰਪਾ ਦਾ ਸਦਕਾ ਸਭ ਸੁਖ ਸਾਂਦ ਹੈ। ਪੁਨ ਸ਼ਾਸਤਰਨ ਕੀ ਬਾਤ ਚਲਾਈ, ਫਿਰ ਸ਼ਾਸਤਰਾਂ ਦੀ ਤੇ ਵੈਰੀਆਂ ਦੀ ਗੱਲਬਾਤ ਚੱਲ ਪਈ। ਬੋਹਰ ਜੁੱਧ ਕੇ ਚਲਿਓ ਪ੍ਰਸੰਗ, ਫਿਰ ਜੰਗ ਜੋਧ ਦਾ ਪ੍ਰਸੰਗ ਚੱਲ ਪਿਆ। ਜੈਸੇ ਪਏ ਸਾਹੂ ਕੇ ਸੰਗ, ਇਸ ਤਰ੍ਹਾਂ ਸ਼ਾਹਜਹਾਂ ਦੀ ਸੈਨਾ ਦੇ ਨਾਲ ਆਪ ਜੀ ਦਾ ਜੰਗ ਹੋਇਆ। ਇਤਿਆਦਿਕ ਬਹੁ ਬਾਕ ਬਿਲਾਸ, ਇਤਿਆਦਿਕ ਬਹੁਤ ਹੀ ਬਚਨ ਬਿਲਾਸ ਹੋਏ। ਕਰਤ ਰਹੇ ਵਿਦਿਆ ਅਭਿਆਸ, ਗੁਰੂ ਸਾਹਿਬ ਜੀ ਨੇ ਕਿਹਾ ਸੀ ਸ਼ਸਤਰ ਵਿਦਿਆ ਦਾ ਅਭਿਆਸ ਆਪ ਕਰਦੇ ਰਹੇ ਤੇ ਸਿੱਖਾਂ ਕੋਲੋਂ ਕਰਾਉਂਦੇ ਰਹੇ। ਘੜੀ ਦੋਏ ਬੈਠਿਓ ਪੁਨ ਗਇਓ, ਜੋਧ ਸ਼ਾਹ 2 ਘੜੀਆਂ ਬੈਠ ਕੇ ਪੁਨः ਆਪਣੇ ਡੇਰੇ ਚਲਾ ਗਿਆ। ਗੁਰ ਕੇ ਪਟ ਹੈ ਦੇਖਤ ਭਇਓ, ਗੁਰੂ ਸਾਹਿਬ ਜੀ ਦੇ ਸੂਰਮਿਆਂ ਨੂੰ ਤੇ ਘੋੜਿਆਂ ਨੂੰ ਦੇਖਦਾ ਰਿਹਾ। ਲਰਨ ਉਚਿਤ ਆਛੇ ਸਭ ਹੇਰੇ, ਜੰਗ ਜੋਧ ਦੇ ਲਾਇਕ ਸਾਰਿਆਂ ਨੂੰ ਦੇਖਿਆ, ਘੋੜਿਆਂ ਵੱਲ ਦੇਖਿਆ ਤੇ ਸੂਰਮਿਆਂ ਵੱਲ ਦੇਖਿਆ। ਭਇਓ ਆਨੰਦ ਜੋਧ ਤਿਸ ਬੇਰੇ, ਉਸ ਵੇਲੇ ਜੋਧ ਸਾਹਿਬ ਬੜਾ ਪ੍ਰਸੰਨ ਹੋਇਆ। ਨਿਜ ਡੇਰੇ ਮੈਂ ਪਹੁੰਚਿਓ ਜਾਈ, ਜੋਧ ਸਾਹਿਬ ਗੁਰੂ ਸਾਹਿਬ ਜੀ ਤੋਂ ਵਿਦਾ ਹੋ ਕੇ ਆਪਣੇ ਡੇਰੇ ਵਿੱਚ ਗਿਆ। ਲਗੀ ਲਗਨ ਗੁਰ ਕੀ ਸੁਖਦਾਈ, ਔਰ ਸੁਖਦਾਈ ਸੁੱਖਾਂ ਦੇ ਦਾਤੇ ਗੁਰੂ ਸਾਹਿਬ ਜੀ ਦੇ
दर्शन करके लगन लग गई। समय एकांत पाए तिस दारा, और एकांत समा पाके जोध शाह दी पत्नी ने आन गुरु को दर्शन निहारा। आन के सतगुरां दा दर्शन परसन कीता। मैं तुमरे सिख की होए तनिया, हे गुरु गरीब निवाज मैं आप जी दे सिख दी सपुत्री हां। गुरु महात्म दीरग सुनिया, और गुरु घर दी महिमा बहुत सुनी हुई है। मन बाछत ही केतक बार, किन्ने बार मन बाछत फल असी पाउंदे रहे हां। मम पित पाय गुरु दरबार, गुरु दरबार जो मेरे पिताजी ने मन बाछत फल पाया। रावर पिता निकट सो जाए, आप जी दे गुरु पिताजी दे हजूरी विच मेरे पिताजी जांदे रहे, मन बाछत फल पाउंदे रहे। चिरंकाल के सिख सुख पाए, असी चिरंकाल दे गुरु घर दे सिख हां। नह ससुरा रहु ते सिख गुर के, महाराज पर साडे सौरे गुरु के सिख नहीं हन। बार बार गुर गुण कह करके, बारंबार गुरु साहिब जी दे गुणां नूं वर्णन करके सुनाउंदी रही। आन आपके पग दरसाए, फिर अपने पति नूं जोध शाह नूं लिया के आप जी दे दर्शन कराए। आप जी दे गुणां दा वर्णन करके सुनाया। प्रेर करके मैं ले आई हां। करहो सेख अब एह समझाए, महाराज मेरे पति नूं समझा करके सिख बनाउणा करो। सुन सतगुर खुशी बहु कर ये सुन के गुरु साहब जी ने बहुत खुशी की थी। दीनस बर बच मृदुल उचर कर, वरदान दिता कोमल बचन कह के, तुहे बांस बड़ सिखी पावे, और तेरी वंश विच बहुत सिखी प्रगट होवेगी। वध है जगत मह बहुत विदतावे, और जगत विच सिखी बहुत ਵਧੇਗੀ तेरी वंश विच, और बहुत ही प्रकाशमान होवेगी। दसम रूप मेरो जब होए, ਜਦੋਂ मेरा दसवां जामा मैं धारण करांगा, दसवां स्वरूप होवेगा जदों मेरा। तुम पर पोतरे गुर सिख जोए, तदों तेरे पड़पोतरे जो गुरसिख होंगे उस समय ले आवहेंगे सदन मजारे, वो सानू बेनती करके अपने घर ले आउणगे। सेवा कर है संजिस कारे, और सवेरे शाम सेवा करनगे। तब मैं तुमरो वंश उदारो, तदों मैं 10वें जामे भी तेरी वंश दा उद्धार करांगा। बहु बढ़ियाई देश बिथारो, और सारे देश प्रदेश विच बढ़ियाई प्रगट करांगा, फैलावांगा। सुनकर हृदय आनंदित होई, सुन करके हृदय विच बड़े बहुत आनंदित होई। नमो कीन पग पंकज दोई, बादशाह जी दे दोने चरना कमलां दे ऊपर मत्था टेकिया, नमस्कार कीती। केतक दिन रह कर गुर पास, इतने दिन सतगुरां दी हजूरी विच सतगुरां दे पास रह करके पत को तज पुन गई आवास, अपने पति जोध शाह नू छड़ करके आप कली अपने घर चली गई। रहयो जोध गुर टिक नित आवे, और जोध शाह गुरु साहब जी दे कोल ही रहा, निता प्रति गुरु साहब जी दे दर्शन कर लई आउंदा है। अनेक प्रसंगन सुनह सुनावे, अनेक प्रकार दे प्रसंगां नू सुनदा ते सुणाउंदा है। पुरसारत सुन सुबटन केरे, और सूरमियां दे पुरसारथ बल पराक्रम नू सुन के मारियो लश्कर साहो कनेरे, और शाहजहां दी लश्कर तुर्क सेना नू किस तरह गुरु साहब जी ने मारिया। सपत हजार सुदासर मारे, और अमृतसर साहब विखे 7000 मुगल सेना जिसदा सैनापति मुगलस खां सी सारियां नू मारना कीता। गए पगैल बचे रण हारे, जो रण छोड़ करके भज गए वही बचे, बाकी सब मारे गए। 10 और 5 हजार बहोरी, 10 ते 5 15,000 पुनः फिर चढ़ के तुर्क आए। रिस कर चढ़ आए हम ओरी, गुरु साहब जी कह रहे हैं बहुत क्रोध धार करके 15,000 तुर्क सेना
ਜੋ ਜਲੰਧਰ ਦਾ ਸੂਬਾ ਅਬਦੁਲ ਖਾਂ ਸੀ ਉਹ ਚੜ ਕੇ ਸਾਡੀ ਤਰਫ ਆਇਆ। ਤਹਾਂ ਖੇਤ ਐਸੋ ਕੁਛ ਭਇਓ, ਉੱਥੇ ਐਸਾ ਕੁਝ ਰਣ ਯੁੱਧ ਹੋਇਆ, ਭਾਜਿਓ ਬਚਿਓ ਅਰਿਓ ਮਰ ਗਇਓ। ਜਿਹੜੇ ਭੱਜ ਗਏ ਉਹ ਬਚ ਗਏ, ਜੋ ਅੜੇ ਉਹ ਮਾਰੇ ਗਏ। ਜੋਤ ਸਾਹੋ ਸੁਨ ਵੀਰ ਵਿਸਾਲਾ, ਜੋਧ ਸਾਹ ਜੋ ਬੜਾ ਸੂਰਬੀਰ ਹੈ ਸੁਣ ਕਰਕੇ ਕਹੈ ਜੇ ਮੈਂ ਹੋਬਤ ਤਿਸ ਕਾਲਾ। ਹੇ ਮਹਾਰਾਜ, ਜੇ ਮੈਂ ਉਸ ਸਮੇਂ ਆਪ ਜੀ ਦੇ ਕੋਲ ਹੁੰਦਾ, ਤੁਮ ਬਲ ਤੇ ਕਮਸਾਨ ਕਨੇਰਾ। ਆਪ ਜੀ ਤੋਂ ਬਲ ਪਾ ਕਰਕੇ ਆਪ ਜੀ ਦੀ ਕਿਰਪਾ ਸਦਕਾ ਮੈਂ ਕਮਸਾਨ ਯੁੱਧ ਮਚਾਉਂਦਾ, ਰਚ ਸੰਗਰ ਕੋ ਕਰਤ ਨਬੇਰਾ। ਔਰ ਨਿਬੇੜ ਦਿੰਦਾ ਸਾਰੇ ਤੁਰਕਾਂ ਦੇ ਨਾਲ ਕਮਸਾਨ ਯੁੱਧ ਮਚਾ ਕੇ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦਾ ਬਲ ਪਾ ਕਰਕੇ ਮੈਂ ਭਿਆਨਕ ਯੁੱਧ ਮਚਾਉਂਦਾ। ਸੋ ਸਾਧ ਸੰਗਤ ਜੀ, ਇੱਥੇ ਕਥਾ ਵਿਰਾਮ ਤੇ ਆ ਗਈ ਹੈ। ਅਗਲੀ ਕਥਾ ਅਗਲੇ ਪ੍ਰਕਰਨ ਦਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਜੋਧ ਸਾਹ ਨੇ ਬੇਨਤੀ ਕੀਤੀ, ਮਹਾਰਾਜ ਜੇ ਮੈਂ ਹੁੰਦਾ ਤੇ ਆਪ ਜੀ ਦੇ ਬਲ ਔਰ ਕਿਰਪਾ ਸਦਕਾ ਤੁਰਕਾਂ ਨੂੰ ਮਾਰ ਕੇ ਭਜਾ ਦਿੰਦਾ। ਗੁਰੂ ਸਾਹਿਬ ਜੀ ਨੇ ਦਿਲਾਸਾ ਦਿੱਤਾ ਕਿ ਕੋਈ ਨਾ, ਸਮਾਂ ਆਵੇਗਾ ਤੇ ਤੇਰੀ ਲੋੜ ਪਵੇਗੀ, ਤੂੰ ਸਹਾਇਤਾ ਕਰੇਗਾ। ਸੋ ਅੱਗੇ ਚੱਲ ਕਰਕੇ ਗੁਰੂ ਸਾਹਿਬ ਜੀ ਦੀ ਮਦਦ ਕਰਦਾ ਜੋਧ ਸਾਹ। ਕਿਸ ਤਰ੍ਹਾਂ ਜੋ ਲੱਲਾ ਬੇਗ ਕਾਬਲ ਦਾ ਸੂਬਾ ਚੜ੍ਹ ਕੇ ਆਉਂਦਾ, ਉਹਦੇ ਆਉਣ ਦੀ ਖਬਰ ਜੋਧ ਸਾਹ ਨੂੰ ਪਹਿਲਾਂ ਪਤਾ ਲੱਗ ਜਾਂਦਾ, ਉਹ ਆ ਕੇ ਖਬਰ ਦਿੰਦਾ ਹੈ। ਸੋ ਗੁਰੂ ਕੀ ਖੁਸ਼ੀ ਪ੍ਰਾਪਤ ਕਰਦਾ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾਈਏ, ਉਪਰੰਤ ਸਮਾਪਤੀ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਮਾਈ ਭਾਈ ਗੱਜ ਵੱਜ ਕੇ ਵਾਹਿਗੁਰੂ ਮੰਤਰ ਦਾ ਉਚਾਰਨ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ, ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਜੋ ਸਾਹੋ ਸੁਨ ਵੀਰ ਵਿਸਾਲਾ, ਕਹੈ ਜੇ ਮੈਂ ਹੋਵਤ ਤਿਸ ਕਾਲਾ। ਤੁਮ ਬਲ ਤੇ ਕਮਸਾਨ ਕਨੇਰਾ, ਰਚ ਸੰਘਰ ਕੋ ਕਰਤ ਨਬੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।